ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਕਿਸੇ ਵੀ ਸਾਹਿਤਕ ਕਿਰਤ ਦੇ ਦੋ ਪੱਖ ਇਮਤਿਹਾਨੀ ਲੋੜਾਂ ਦੇ ਪੱਖ ਤੋਂ ਮਹੱਤਵਪੂਰਨ ਮੰਨੇ ਜਾਂਦੇ ਨੇ। ਇੱਕ ਹੈ ਉਹਦਾ ਵਿਸ਼ਾ ਪੱਖ ਤੇ ਇੱਕ ਹੈ ਕਲਾ ਪੱਖ। ਤੁਹਾਡੇ ਸਿਲੇਬਸ ਦੇ ਵਿੱਚ ਦਲੀਪ ਕੌਰ ਟਿਵਾਣਾ ਜੀ ਦਾ ਇੱਕ ਨਾਵਲ ਹੈ, ਇਹੋ ਹਮਾਰਾ ਜੀਵਨਾ, ਉਹ ਲੱਗਿਆ ਹੋਇਆ। ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਨਾ ਦਾ ਕਲਾ ਪੱਖ, ਜਾਂ ਇਸ ਨੂੰ ਸਾਹਿਤਕ ਪੜਚੋਲ ਅਸੀਂ ਕਹਿ ਦਿੰਦੇ ਹਾਂ, ਇਹ ਵਿਸ਼ੇ ਤੇ ਸਾਡੀ ਅੱਜ ਦੀ ਗੱਲਬਾਤ ਕੇਂਦਰਿਤ ਰਹੇਗੀ। ਤਾਂ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਨਾਵਲਕਾਰ ਦਲੀਪ ਕੌਰ ਟਿਵਾਣਾ ਬਾਰੇ ਗੱਲਬਾਤ ਸਾਂਝੀ ਕਰੀਏ। ਪੰਜਾਬੀ ਸਾਹਿਤ ਵਿੱਚ ਦਲੀਪ ਕੌਰ ਟਿਵਾਣਾ ਇੱਕ ਸਥਾਪਿਤ ਨਾਵਲਕਾਰ ਦੇ ਤੌਰ ਉੱਤੇ ਜਾਣੇ ਜਾਂਦੇ ਨੇ। ਮਾਲਵੇ ਦੀ ਧਰਤੀ ਦੀ ਮਲਵਈ ਉਪਭਾਸ਼ਾ ਨੂੰ ਪੇਂਡੂ ਪਾਤਰਾਂ ਜ਼ਰੀਏ ਵਰਤਣ ਦਾ ਹੁਨਰ ਇਹਨਾਂ ਦੇ ਨਾਵਲਾਂ ਵਿੱਚੋਂ ਬਾਖੂਬੀ ਝਲਕਦਾ ਹੈ। ਉਹਨਾਂ ਨੇ ਲੰਮਾ ਸਮਾਂ ਅਧਿਆਪਨ ਤੇ ਲੇਖਣੀ ਦਾ ਕਾਰਜ ਕੀਤਾ। ਅਨੇਕਾਂ ਮਾਣ ਸਨਮਾਨ ਹਾਸਲ ਦਲੀਪ ਕੌਰ ਟਿਵਾਣਾ ਨੇ ਆਪਣੀਆਂ ਸਾਹਿਤਕ ਕਿਰਤਾਂ ਵਿੱਚ ਸਮਾਜ ਦੇ ਇਸਤਰੀ ਪ੍ਰਤੀ ਅਪਮਾਨ ਭਰੇ ਵਤੀਰੇ ਨੂੰ ਸਾਹਮਣੇ ਲਿਆਂਦਾ। ਉਹਨਾਂ ਪੇਂਡੂ ਔਰਤ ਦੇ ਮਾਨਸਿਕ ਸੰਕਟਾਂ ਨੂੰ ਕਲਾ ਮਾਧਿਅਮ ਰਾਹੀਂ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ। ਇਹੋ ਹਮਾਰਾ ਜੀਵਨਾ ਇਹ ਨਾਵਲ ਉਹਨਾਂ ਨੇ ਸਾਲ 1969 ਵਿੱਚ ਰਚਿਆ। ਜਦੋਂ ਅਸੀਂ ਸਾਹਿਤਕ ਪੜਚੋਲ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਮੁੱਖ ਤੌਰ ਤੇ ਸਾਡੇ ਕੋਲੇ ਕੁਝ ਨੁਕਤੇ ਨੇ ਜਿਨ੍ਹਾਂ ਤੇ ਅਸੀਂ ਧਿਆਨ ਕੇਂਦਰਿਤ ਕਰਨਾ ਹੁੰਦਾ ਹੈ, ਜਿਸ ਦੇ ਵਿੱਚ ਪਹਿਲਾ ਵਿਸ਼ਾ ਵਸਤੂ ਹੈ, ਫਿਰ ਨਾਵਲ ਦਾ ਉਦੇਸ਼, ਕਥਾਨਕ, ਪਾਤਰ ਚਿੱਤਰਨ, ਵਾਰਤਾਲਾਪ, ਵਾਤਾਵਰਨ, ਵਾਰਤਾਲਾਪ ਤੋਂ ਬਾਅਦ ਭਾਸ਼ਾ ਤੇ ਸ਼ੈਲੀ, ਤੇ ਅੰਤਮ ਤੌਰ ਤੇ ਸਿਰਲੇਖ। ਇਹਨਾਂ ਸਾਰੇ ਨੁਕਤਿਆਂ ਤੋਂ ਅਸੀਂ ਜਦੋਂ ਨਾਵਲ ਨੂੰ, ਉਹਦੇ ਰੂਪ ਨੂੰ ਦੇਖਦੇ ਹਾਂ ਤਾਂ ਉਹ ਕਲਾ ਪੱਖ ਦਾ ਅਧਿਐਨ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਵਿਸ਼ਾ ਵਸਤੂ ਦੀ ਸੰਖੇਪ ਦੇ ਵਿੱਚ ਗੱਲਬਾਤ ਸਾਂਝੀ ਕਰਦੇ ਹਾਂ। ਭਾਨੋ ਦੇ ਪਾਤਰ ਰਾਹੀਂ ਨਾਵਲਕਾਰ ਨੇ ਸਮਾਜਿਕ ਤੇ ਸੱਭਿਆਚਾਰਕ ਪ੍ਰਬੰਧ ਵਿੱਚ ਇਸਤਰੀ ਦੀ ਬੇਵਸੀ ਅਤੇ ਦੁਰਦਸ਼ਾ ਭਰੀ ਤ੍ਰਾਸਦਿਕ ਹਾਲਤ ਨੂੰ ਬਿਆਨ ਕੀਤਾ ਹੈ। ਮਰਦ ਪ੍ਰਧਾਨ ਸਮਾਜ ਦਾ ਤੈਅ ਕੀਤਾ ਮੁੱਲ ਪ੍ਰਬੰਧ ਜਾਂ ਕੀਮਤਾਂ ਕਿਵੇਂ ਔਰਤ ਨੂੰ ਮਹਿਜ਼ ਇੱਕ ਬੱਚੇ ਜੰਮਣ ਅਤੇ ਘਰ ਦੀ ਸਾਂਭ ਸੰਭਾਲ ਕਰਨ ਤੱਕ ਸੀਮਿਤ ਕਰਕੇ ਦੇਖਦੇ ਨੇ, ਅਤੇ ਕਿਵੇਂ ਇਹ ਪ੍ਰਬੰਧ ਔਰਤ ਦੇ ਜਜ਼ਬੇ, ਉਸਦੇ ਭਾਵਾਂ ਨੂੰ ਆਪਣੀ ਹਉਮੈ ਦੀ ਠੋਕਰ ਮਾਰ ਕੇ ਰੋਲਦਾ ਹੈ। ਵੰਸ਼ ਪਰੰਪਰਾ ਨੂੰ ਅੱਗੇ ਵਧਾਉਣ ਦੀ ਚਾਹਤ ਕਿਵੇਂ ਮਰਦ ਦੀ ਔਰਤ ਉੱਤੇ ਥੋਪੀ ਜਾਂਦੀ ਚਾਹਤ ਬਣਦੀ ਹੈ। ਰਿਸ਼ਤੇ ਨਾਤਿਆਂ ਅਤੇ ਅਖੌਤੀ ਧਾਰਮਿਕ ਇਨਸਾਨਾਂ ਦੇ ਦੋਗਲੇ ਕਿਰਦਾਰ ਕਿਵੇਂ ਮੂਲ ਇਨਸਾਨੀ ਰੂਪ ਤੋਂ ਸ਼ੈਤਾਨ ਬਣ ਕੇ ਔਰਤ ਦੇ ਜੀਵਨ ਪੈਂਡੇ ਨੂੰ ਹੋਰ ਔਖਾ ਬਣਾਉਂਦੇ ਨੇ, ਆਦਿ ਇਹਨਾਂ ਸਾਰੇ ਨੁਕਤਿਆਂ ਨੂੰ ਨਾਵਲਕਾਰ ਨੇ ਮਾਲਵੇ ਇਲਾਕੇ ਦੇ ਬਿਰਤਾਂਤ ਰਾਹੀਂ ਬਹੁਤ ਹੀ ਬਖੂਬੀ ਦੇ ਨਾਲ ਸਿਰਜਿਆ ਹੈ। ਸੋ ਇਸ ਨਾਵਲ ਦੇ ਉਦੇਸ਼ ਦੀ ਜੇਕਰ ਗੱਲ ਕਰੀਏ ਤਾਂ ਵਿਦਿਆਰਥੀ ਦੋਸਤੋ, ਕਿਸੇ ਵੀ ਨਾਵਲ ਲਿਖਣ ਵਾਲੇ ਰਚੇਤਾ ਦਾ ਇੱਕ ਵਿਸ਼ੇਸ਼ ਮਕਸਦ ਜ਼ਰੂਰ ਹੁੰਦਾ ਹੈ। ਇਸ ਨਾਵਲ ਰਾਹੀਂ ਦਲੀਪ ਕੌਰ ਟਿਵਾਣਾ ਨੇ ਸਮਾਜ ਵਿੱਚ ਇਸਤਰੀ ਦੀ ਅਪਮਾਨਯੋਗ ਸਥਿਤੀ ਦੀ ਪੇਸ਼ਕਾਰੀ ਰਾਹੀਂ ਸਮਾਜ ਵਿੱਚ ਇਸਤਰੀ ਦਾ ਆਦਰਯੋਗ ਸਥਾਨ ਨਿਸ਼ਚਿਤ ਕਰਨ ਵੱਲ ਸੁਧਾਰ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਸਤਰੀ ਦੇ ਦੁਜੈਲੇ ਦੀ ਬਜਾਏ ਬਰਾਬਰ ਇਨਸਾਨੀ ਜੀਵਨ ਜਿਉਣ ਦਾ ਹੱਕ ਇਸ ਮਰਦ ਪ੍ਰਧਾਨ ਸਮਾਜ ਵਿੱਚ ਸਿਰਜਣ ਦਾ ਯਤਨ ਵੀ ਨਾਲ ਹੀ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰਕ ਜੀਵਨ ਵਿੱਚ ਮਰਦ ਦਾ ਜੀਵਨ ਇਸਤਰੀ ਦੇ ਸਾਥ ਬਿਨਾਂ ਅਧੂਰਾ ਹੈ। ਕੇਵਲ ਮਰਦ ਦੀ ਵੰਸ਼ ਵਧਾਉਣ ਦੀ ਚਾਹਤ ਕਰਕੇ ਹੀ ਨਹੀਂ, ਸਗੋਂ ਔਰਤ ਨੂੰ ਇੱਕ ਇਨਸਾਨੀ ਰੂਪ ਵਿੱਚ ਬਰਾਬਰੀ ਦਾ ਹੱਕ ਦੇਣ ਦੀ ਪੈਰਵੀ ਵੀ ਇਹ ਨਾਵਲ ਕਰਦਾ ਨਜ਼ਰ ਆਉਂਦਾ ਹੈ। ਤੋ ਜੇ ਕਥਾਨਕ, ਬੇਸਿਕਲੀ ਕਥਾਨਕ ਦੇ ਵਿੱਚ ਘਟਨਾਵਾਂ ਨੇ ਜਿਹੜੀਆਂ, ਉਹਨਾਂ ਦੀ ਗੋਂਦ ਨੂੰ ਅਸੀਂ ਕਿਵੇਂ ਦੇਖਦੇ ਹਾਂ। ਇਸ ਨਾਵਲ ਦੇ ਵਿੱਚ ਜਿਹੜੀਆਂ ਪ੍ਰਮੁੱਖ ਘਟਨਾਵਾਂ ਨੇ, ਉਹਨਾਂ ਦੀ ਨਿਰੰਤਰਤਾ ਦੇ ਨਾਲ ਬਿਰਤਾਂਤ ਜਿਹੜਾ ਉਹ ਅੱਗੇ ਕਿਵੇਂ ਤੁਰਦਾ ਹੈ। ਇਸ ਨਾਵਲ ਦੀ ਮਾਲਵੇ ਦੀ ਧਰਤੀ ਨਾਲ ਸੰਬੰਧਿਤ ਸਾਰਾ ਬਿਰਤਾਂਤ ਹੈ। ਕੁੱਲ 14 ਕਾਂਡ ਨੇ ਜਿਸ ਦੇ ਵਿੱਚ ਸਾਰਾ ਬਿਰਤਾਂਤ ਵਾਪਰਦਾ ਹੈ। ਆਰੰਭ, ਮੱਧ ਤੇ ਅੰਤ, ਇਹ ਕਥਾਨਕ ਦੀਆਂ 3 ਅਵਸਥਾਵਾਂ ਨੇ ਜਿਹਦੇ ਵਿੱਚ ਬਿਰਤਾਂਤਕ ਕਾਰਜ ਤੇਜ਼ੀ ਨਾਲ ਵਾਪਰਦਾ ਹੈ। ਆਰੰਭ ਦੇ ਵਿੱਚ ਅਸੀਂ ਭਾਨੋ ਦੇ ਜੀਵਨ ਦੀ ਸਮੱਸਿਆ ਦੇ ਨਾਲ ਰੂਬਰੂ ਹੁੰਦੇ ਹਾਂ। ਮੱਧ ਦੇ ਵਿੱਚ ਫਿਰ ਉਸਦਾ ਜੀਵਨ
ਥੋੜ੍ਹਾ ਵਿਸਥਾਰ ਲੈਂਦਾ ਹੈ, ਘਟਨਾਵਾਂ ਵਾਪਰਦੀਆਂ ਨੇ ਤੇ ਅੰਤ ਵਿੱਚ ਦਰਦਨਾਕ ਦ੍ਰਿਸ਼ ਦੇ ਨਾਲ ਇਹ ਨਾਵਲ ਹੈ ਜਿਹੜਾ ਉਹ ਖਤਮ ਹੁੰਦਾ ਹੈ। ਬਿਰਤਾਂਤਕ ਕਾਰਜ ਹੈ ਜਿਹੜਾ ਉਹ ਸੰਪੂਰਨ ਹੋ ਜਾਂਦਾ ਹੈ। ਉਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਯਥਾਰਥਕ ਵਾਪਰਦੀਆਂ ਨੇ, ਇਸ ਹੱਡ ਮਾਸ ਦੇ ਪੁਤਲਿਆਂ ਨਾਲ ਵਾਪਰਦੀਆਂ ਨੇ। ਘਟਨਾਵਾਂ ਦੇ ਗਾਉਂ ਚਿੰਨ੍ਹ ਰੂਪੀ ਸੰਕੇਤ, ਹਰੇਕ ਕਾਂਡ ਦੇ ਵਿੱਚ ਵਿਦਿਆਰਥੀ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਘਟਨਾਵਾਂ ਦੇ ਕੋਈ ਨਾ ਕੋਈ ਚਿੰਨ੍ਹ, ਕੋਈ ਨਾ ਕੋਈ ਸੰਕੇਤ ਅਗਾਊਂ ਪਹਿਲਾਂ ਤੋਂ ਹੀ ਦਿੱਤੇ ਹੁੰਦੇ ਨੇ। ਜਿਵੇਂ ਕਿਸੇ ਘਟਨਾ ਤੋਂ ਪਹਿਲਾਂ ਆਸਮਾਨ ਉੱਤੇ ਬਿਜਲੀ ਜਾਂ ਹਨੇਰੀ ਦਾ ਆਉਣਾ। ਇਸ ਤਰ੍ਹਾਂ ਨਾਵਲਕਾਰ ਨੇ ਬੜਾ ਕੁਦਰਤ ਦੇ ਨਾਲ ਇਕਮਿਕ ਹੋ ਕੇ ਘਟਨਾਵਾਂ ਨੂੰ ਚਿਤਰਿਆ। ਸਮੇਂ ਸਥਾਨ ਤੇ ਪ੍ਰਭਾਵ ਦੀ ਏਕਤਾ, ਨਾਵਲ ਦੇ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਏਕਤਾ ਨੂੰ ਤੁਸੀਂ ਦੇਖ ਸਕਦੇ ਹੋ। ਇੱਕ ਸਮੇਂ ਇੱਕ ਹੀ ਸਥਾਨ ਦੀ ਘਟਨਾ ਜਿਹੜੀ ਉਹ ਬਿਆਨ ਹੁੰਦੀ ਹੈ ਤੇ ਸਮੁੱਚਾ ਪ੍ਰਭਾਵ ਹੈ ਜਿਹੜਾ ਉਹ ਸਿਰਜ ਰਹੀ ਹੁੰਦੀ ਹੈ। ਮਨੋਵਿਗਿਆਨਕ ਬਣਤਰ ਹੀ ਪਲਾਟ ਉਲੀਕਿਆ, ਪਾਤਰਾਂ ਦੀ ਜਿਹੜੀ ਮਨੋਵਿਗਿਆਨਕ ਬਣਤਰ ਹੈ ਉਸ ਉੱਤੇ ਬਹੁਤ ਹੀ ਜ਼ੋਰ ਦਿੱਤਾ ਗਿਆ ਹੈ। ਉਹਨਾਂ ਦੇ ਸੰਵਾਦ, ਉਹਨਾਂ ਦੀ ਚੁੱਪ ਨੂੰ ਕਾਰਜ ਤੋਰਨ ਦੇ ਵਿੱਚ ਬਹੁਤ ਹੀ ਸਹਾਈ ਦਿਖਾਇਆ ਗਿਆ। ਉਤਸੁਕਤਾ ਭਰਪੂਰ ਹੈ ਇਸ ਦਾ ਕਥਾਨਕ, ਤਣਾਅ ਸਿਰਜਦੀਆਂ ਘਟਨਾਵਾਂ ਨੇ, ਬਹੁਤ ਸਾਰਾ ਉਤਰਾਅ ਚੜਾਅ ਕਥਾਨਕ ਦੇ ਵਿੱਚ ਵਾਪਰਦਾ ਹੈ ਤੇ ਅੰਤ ਜਿਹੜਾ ਆ ਉਹ ਦੁਖਾਂਤਕ ਹੋ ਨਿਬੜਦਾ ਹੈ। ਕਥਾਨਕ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਪਾਤਰ ਚਿਤਰਨ ਦੀ। ਕਿਸੇ ਵੀ ਨਾਵਲ ਨੂੰ ਸਫਲ ਬਣਾਉਣ ਲਈ, ਕਾਰਜ ਨੂੰ ਅੱਗੇ ਤੋਰਨ ਲਈ, ਬਿਰਤਾਂਤ ਸਿਰਜਣ ਦੇ ਲਈ ਪਾਤਰ ਸਿਰਜਣਾ ਬੇਹੱਦ ਲਾਜ਼ਮੀ ਹੈ। ਇਸ ਨਾਵਲ ਦੇ ਵਿੱਚ ਸਾਰੇ ਮਲਵਈ ਪਾਤਰ ਨੇ, ਮਾਲਵੇ ਦੀ ਇਲਾਕੇ ਦੀ ਕਹਾਣੀ ਨਾਲ ਜੁੜੇ ਪਾਤਰ ਨੇ। ਮੁੱਖ ਪਾਤਰ ਤੇ ਗੌਣ ਪਾਤਰ, ਇਸ ਦੇ ਵਿੱਚ ਬਹੁਤ ਸਾਰੇ ਮੁੱਖ ਪਾਤਰ ਵੀ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਭਾਨੋ ਨੂੰ ਗਿਣ ਸਕਦੇ ਹੋ, ਜਾਂ ਇਸ ਤੋਂ ਇਲਾਵਾ ਜੇ ਤੁਸੀਂ ਜ਼ਿਆਦਾ ਜਿਹੜੇ ਹਾਈਲਾਈਟ ਹੋਣ ਵਾਲੇ ਪਾਤਰ ਨੇ ਜਿਹਦੇ ਵਿੱਚ ਨਰੈਣ ਹੋ ਗਿਆ, ਗੁਆਂਢਣ ਦਲੀਪੋ ਹੋ ਗਈ, ਤੇ ਇਸ ਤਰ੍ਹਾਂ ਦੇ ਪਾਤਰ ਨੇ ਜਿਹੜੇ ਤੁਸੀਂ ਗਿਣਦੇ, ਉਹਦੇ ਨਾਲ ਜਾਗਰ ਹੋਇਆ। ਤੇ ਗੌਣ ਪਾਤਰ ਵੀ ਕੁਝ ਥਾਵਾਂ ਤੇ ਆਉਂਦੇ ਨੇ ਪਰ ਉਹ ਜ਼ਿਆਦਾ ਸਮਾਂ ਨਾਵਲ ਦੇ ਬਿਰਤਾਂਤ ਨਾਲ ਜੁੜ ਕੇ ਨਹੀਂ ਚੱਲਦੇ। ਸੋ ਸਾਰੇ ਪਾਤਰ ਨੇ ਜਿਹੜੇ ਉਹ ਪਿੰਡ ਦੇ ਨਾਲ ਸੰਬੰਧ ਰੱਖਦੇ ਨੇ, ਕੋਈ ਸ਼ਹਿਰੀ ਪਾਤਰ ਇਸ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ। ਔਰਤ ਮਰਦ ਪਾਤਰ, ਇਹ ਪਾਤਰਾਂ ਦੀ ਡਿਵਾਈਡੇਸ਼ਨ, ਵੰਡ ਹੈ ਜਿਹੜੀ ਉਹ ਔਰਤ ਮਰਦ ਪਾਤਰਾਂ ਦੇ ਵਿੱਚ ਵੀ ਕਰਕੇ ਅਸੀਂ ਵੇਖ ਸਕਦੇ ਹਾਂ। ਉਮਰ ਦੇ ਪੜਾਅ ਦੇ ਹਿਸਾਬ ਨਾਲ ਕਰਕੇ ਵੀ ਵੇਖ ਸਕਦੇ ਹਾਂ। ਬਹੁਤ ਸਾਰੇ ਬਜ਼ੁਰਗ ਪਾਤਰ ਨੇ, ਬਹੁਤ ਸਾਰੇ ਜਵਾਨ ਪਾਤਰ ਨੇ। ਪਾਤਰ ਉਸਾਰੀ ਲਈ ਵਿਸ਼ੇਸ਼ ਤੌਰ ਤੇ ਕੁਝ ਯੁਕਤਾਂ ਜਿਹੜੀਆਂ ਨੇ ਉਹ ਨਾਵਲਕਾਰ ਨੇ ਵਰਤੀਆਂ ਨੇ। ਪਹਿਲੀ ਯੁਕਤ ਹੈ ਕਿ ਆਪਣੇ ਨਿੱਜੀ ਬਿਆਨ ਰਾਹੀਂ ਪਾਤਰ ਉਸਾਰੀ। ਕਿਤੇ ਕਿਤੇ ਨਾਵਲ ਦੇ ਵਿੱਚ ਆਪਣੇ ਬਾਰੇ, ਆਪਣੇ ਕਿਸੇ ਨਾਲ ਸੰਬੰਧ ਬਾਰੇ ਜਾਂ ਆਪਣੀ ਕਿਸੇ ਕਾਰਜ ਨੂੰ ਕਰਨ ਦੀ ਸਮਰੱਥਾ ਬਾਰੇ ਕੋਈ ਨਾ ਕੋਈ ਪਾਤਰ ਕੁਛ ਨਾ ਕੁਛ ਸੰਵਾਦ ਸਿਰਜਦਾ, ਆਪਣੇ ਨਾਲ ਨਿੱਜਤਾ ਦੇ ਬਿਆਨ ਰਾਹੀਂ ਆਪਣੇ ਪਾਤਰ ਦੀ ਉਸਾਰੀ ਕਰਦਾ ਹੈ, ਜਿਸ ਤੋਂ ਪਾਠਕ ਨੂੰ ਉਸ ਦੇ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਜਾਂ ਫਿਰ ਦੋ ਪਾਤਰਾਂ ਦੀ ਆਪਸੀ ਵਾਰਤਾਲਾਪ ਰਾਹੀਂ ਕਿਸੇ ਤੀਜੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਉਸਦੇ ਸੁਭਾਅ ਬਾਰੇ ਜਾਣਕਾਰੀ ਮਿਲਦੀ ਹੈ। ਜਾਂ ਫਿਰ ਦੋ ਪਾਤਰਾਂ ਰਾਹੀਂ ਕਿਸੇ ਤੀਸਰੇ ਪਾਤਰ ਦਾ ਪੜ੍ਹਨ ਵਾਲੇ ਦੇ ਦਿਮਾਗ ਦੇ ਵਿੱਚ ਬਿੰਬ ਹੈ ਜਿਹੜਾ ਉਹ ਉਸਰਦਾ। ਸੋ ਤਿੰਨੇ ਯੁਕਤਾਂ ਪਾਤਰ ਉਸਾਰੀ ਲਈ ਨਾਵਲਕਾਰ ਨੇ ਬਾਖੂਬੀ ਵਰਤੀਆਂ ਨੇ। ਮਨੋਵਿਗਿਆਨਕ ਪੱਧਰ ਉੱਤੇ ਪਾਤਰਾਂ ਦੀ ਸਿਰਜਣਾ ਜਿਹੜੀ ਉਹ ਕੀਤੀ ਗਈ ਹੈ। ਵਾਤਾਵਰਨ ਕਿਸੇ ਵੀ ਨਾਵਲ ਦਾ ਬਹੁਤ ਹੀ ਮਹੱਤਵਪੂਰਨ ਪੱਖ ਹੈ ਤੇ ਇਸ ਨਾਵਲ ਦੇ ਰੈਫਰੈਂਸ 'ਚ ਅਸੀਂ ਦੇਖਾਂਗੇ ਕਿ ਹਰ ਕਾਂਡ ਦੇ ਸ਼ੁਰੂ ਵਿੱਚ ਬਦਲਦੀ ਹੋਈ ਰੁੱਤ, ਮੌਸਮ, ਵਾਤਾਵਰਨ ਤਬਦੀਲੀਆਂ ਦਾ ਸੰਕੇਤ ਜ਼ਰੂਰ ਦਿੱਤਾ ਗਿਆ ਤਾਂ ਕਿ ਪਾਠਕ ਹਰ ਉਸ ਸਥਿਤੀ ਨਾਲ ਜੁੜ ਸਕੇ ਕਿ ਕਿੱਥੋਂ ਦੀ ਗੱਲ ਹੈ, ਕਿਹੋ ਜਿਹੀ ਰੁੱਤ ਹੈ, ਕਿਹੋ ਜਿਹੀ ਰੁੱਤ ਨਾਲ ਕਿਹੋ ਜਿਹੀ ਸਾਡੀ ਮਾਨਸਿਕਤਾ ਹੈ। ਤੋ ਹਰ ਕਾਂਡ ਦੇ ਸ਼ੁਰੂ ਵਿੱਚ ਇਹ ਤੁਹਾਨੂੰ ਸੰਕੇਤ ਜ਼ਰੂਰ ਵੇਖਣ ਨੂੰ ਮਿਲਣਗੇ, ਚਾਹੇ ਉਹ ਮੌਸਮ ਦਾ, ਚਾਹੇ ਰੁੱਤ ਦਾ, ਚਾਹੇ ਹੋਰ ਕਿਸੇ ਤਰ੍ਹਾਂ ਦੀ ਵਾਤਾਵਰਨ ਤਬਦੀਲੀ ਹੋਵੇ। ਤੋ ਪਿੰਡ ਨਾਲ ਜੁੜੇ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਦਾ ਇਸ ਨਾਵਲ ਵਿੱਚ ਬਾਖੂਬੀ ਚਿਤਰਨ ਕੀਤਾ ਗਿਆ, ਚਾਹੇ ਉਹ ਗਲੀ ਹੋਵੇ, ਚਾਹੇ ਉਹ ਸੱਥ ਹੋਵੇ, ਚਾਹੇ ਉਹ ਹੋਰ ਪਿੰਡਾਂ ਦੀਆਂ ਜਿਹੜੀਆਂ ਥਾਵਾਂ ਨੇ ਉਹ ਜੁੜੀਆਂ ਹੋਣ। ਨਾਲ ਹੀ ਪੇਂਡੂ ਕੰਮ ਧੰਦੇ, ਨਾਲ ਹੀ ਕੰਮਕਾਰ ਕਰਨ ਵਾਲੇ ਕੰਮੀ, ਖੇਤੀਬਾੜੀ ਤੇ ਉਹਨਾਂ ਨਾਲ ਜੁੜੀ ਸਮੱਗਰੀ ਦਾ ਬਾਖੂਬੀ ਬਿਆਨ ਹੈ।
ਲੋਕ ਕਲਾਵਾਂ, ਲੋਕ ਗੀਤ, ਲੋਕ ਗਹਿਣੇ ਅਤੇ ਕਲਾਕਾਰਾਂ ਦਾ ਚਿੱਤਰਨ ਵੀ ਇਸ ਨਾਵਲ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ। ਪਿੰਡਾਂ ਦੇ ਵਿੱਚ ਆਮ ਤੌਰ ਤੇ ਜਦੋਂ ਸੈਲੀਬ੍ਰੇਸ਼ਨ ਹੁੰਦੀ ਹੈ, ਜਦੋਂ ਕਰਤਾਰੀ ਦੀ ਕੁੜੀ ਦਾ ਵਿਆਹ ਇਸ ਨਾਵਲ ਦੇ ਵਿੱਚ ਭਾਨੋ ਆਪਣੇ ਘਰ ਕਰਦੀ ਹੈ, ਤਾਂ ਸਾਨੂੰ ਲੋਕ ਬੋਲੀਆਂ, ਲੋਕ ਗੀਤ, ਗਿੱਧਾ, ਇਸ ਤਰ੍ਹਾਂ ਦੀਆਂ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਨਾਲ ਹੀ ਸਜਣ ਸੰਵਰਨ ਵੇਲੇ ਲੋਕ ਗਹਿਣਿਆਂ ਦੇ ਨਾਮ ਬਹੁਤ ਥਾਵਾਂ ਤੇ ਆਉਂਦੇ ਨੇ, ਤੇ ਨਾਲ ਹੀ ਲੋਕ ਕਲਾਵਾਂ ਦੇ ਤੌਰ ਤੇ ਜੋ ਭੜੋਲਿਆਂ ਦੇ ਉੱਤੇ ਚਿੱਤਰ ਨੇ ਉਹ ਭਾਨੋ ਬਣਾਉਂਦੀ ਹੈ ਇੱਕ ਕਲਾਕਾਰ ਦੇ ਤੌਰ ਤੇ। ਦੇਸੀ ਪੰਛੀਆਂ, ਜਾਨਵਰਾਂ ਦਾ ਜ਼ਿਕਰ ਵੀ ਸਾਨੂੰ ਇਸ ਨਾਵਲ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਘਰੇਲੂ ਲੋਕ ਚਿਕਿਤਸਾ ਦੇ ਕੁਝ ਅੰਸ਼, ਜਿਵੇਂ ਸੱਟ ਵੱਜਣ ਤੇ ਜਾਂ ਕਿਸੇ ਲੀਲ ਨਿਸ਼ਾਨ ਦੇ ਪੈਣ ਤੇ ਬਹੁਤ ਸਾਰੇ ਪੇਂਡੂ ਬੰਦੇ ਸੇਕ ਦਿੰਦੇ ਨੇ, ਤਾਂ ਇਹ ਇਸ ਤਰ੍ਹਾਂ ਨਾਲ ਘਰੇਲੂ ਚਿਕਿਤਸਾ ਦੇ ਅੰਸ਼ ਵੀ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਇਸ ਤੋਂ ਬਾਅਦ ਵਾਰਤਾਲਾਪ ਸੰਵਾਦ ਯੋਜਨਾ। ਨਾਵਲ ਵਿੱਚ ਬਿਰਤਾਂਤ ਹੈ ਜਿਹੜਾ ਉਹ ਬਿਆਨ ਹੁੰਦਾ, ਨਾਲ ਦੀ ਨਾਲ ਹੀ 2-1-3 ਪਾਤਰਾਂ ਦੇ ਵਿੱਚ ਆਪਸੀ ਗੱਲਬਾਤ ਵੀ ਹੁੰਦੀ ਹੈ। ਸੋ ਇਹ ਵਾਰਤਾਲਾਪ ਬੜੇ ਯਥਾਰਥਕ ਢੰਗ ਨਾਲ ਪੇਸ਼ ਕੀਤੇ ਗਏ ਨੇ, ਬੜੇ ਅਸਲੀਅਤ ਦੇ ਨਾਲ ਜੁੜੇ ਹੋਏ ਨੇ। ਮਨ ਬਚਨੀ ਥਾਂ ਥਾਂ ਤੇ ਪਾਤਰਾਂ ਦੇ ਮਨ ਦੀ ਅਵਸਥਾ ਨੂੰ ਪੇਸ਼ ਕਰਦੀ ਹੈ। ਪਾਤਰਾਂ ਦੀ ਉਮਰ, ਸਮਝ, ਭਾਸ਼ਾ, ਚਰਿੱਤਰ ਅਤੇ ਕੰਮ ਮੁਤਾਬਕ ਬੇਹੱਦ ਢੁਕਵੇਂ ਨੇ। ਉਮਰ ਦੇ ਹਿਸਾਬ ਦੇ ਨਾਲ ਸਮਝ ਹੈ ਜਿਹੜੀ, ਤੇ ਉਮਰ ਦੇ ਤੇ ਭਾਸ਼ਾ ਦੇ ਹਿਸਾਬ ਨਾਲ ਉਸਦਾ ਚਰਿੱਤਰ ਹੈ ਜਿਹੜਾ ਉਹ ਲਿਖਿਆ ਗਿਆ। ਸੋ ਪਾਤਰਾਂ ਦੇ ਸੁਭਾਅ ਨੂੰ ਉਘਾੜਨ ਵਾਲੇ ਸੰਵਾਦ ਨੇ, ਸਥਿਤੀਆਂ ਨੂੰ ਹੋਰ ਮਗਾਉਂਦੇ ਨੇ, ਉਤਸੁਕਤਾ ਜਗਾਉਣ ਵਾਲੇ ਨੇ। ਪੜ੍ਹਨ ਵਾਲੇ ਦੀ ਉਤਸੁਕਤਾ ਹੋਰ ਜਾਗਦੀ ਹੈ ਕਿ ਅਗਲੀ ਘਟਨਾ ਵਿੱਚ ਕੀ ਵਾਪਰੇਗਾ ਜਾਂ ਅਗਲੇ ਅੰਕ ਵਿੱਚ ਕੀ ਵਾਪਰੇਗਾ। ਪਾਤਰਾਂ ਦੇ ਪਿਛੋਕੜ ਨੂੰ ਅੱਖਾਂ ਅੱਗੇ ਸਾਕਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਰੌਚਕ ਤੇ ਸਵਾਦਲੇ ਨੇ, ਤੇ ਨਾਲ ਹੀ ਬਿਰਤਾਂਤਕ ਕਾਰਜ ਨੂੰ ਤੇਜ਼ੀ ਦੇ ਨਾਲ ਤੋਰਨ ਵਾਲੇ ਸੰਵਾਦ ਨਾਵਲਕਾਰ ਨੇ ਵਿਸ਼ੇਸ਼ ਤੌਰ ਤੇ ਵਰਤੇ ਨੇ। ਭਾਸ਼ਾ ਤੇ ਸ਼ੈਲੀ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਨਾਵਲ ਠੇਠ ਮਲਵਈ ਉਪਭਾਸ਼ਾ ਦੀ ਵਰਤੋਂ ਕਰਕੇ ਲਿਖਿਆ ਗਿਆ। ਬਹੁਤ ਸਾਰੇ ਮੁਹਾਵਰੇ ਇਸ ਵਿੱਚ ਵਰਤੇ ਗਏ ਨੇ। ਨਾਲ ਹੀ ਲੋਕ ਵਿਸ਼ਵਾਸ, ਪਿੰਡਾਂ ਦੇ ਵਿੱਚ ਜੋ ਵਿਸ਼ਵਾਸ ਕੀਤੇ ਜਾਂਦੇ ਨੇ, ਤੇ ਨਾਲ ਅਖਾਣ ਜਿਨ੍ਹਾਂ ਨੂੰ ਅਨੁਭਵ ਕਿਹਾ ਜਾਂਦਾ ਸਿਆਣਿਆਂ ਦਾ, ਉਹਨਾਂ ਦਾ ਬਖੂਬੀ ਵਰਣਨ ਕੀਤਾ ਗਿਆ। ਚਿੰਨ੍ਹ ਸੰਕੇਤਕ ਭਾਸ਼ਾ, ਜਿਵੇਂ ਚੁੱਪ ਦੀ ਭਾਸ਼ਾ ਹੈ ਜਿਹੜੀ, ਉਹ ਵੀ ਸਿਰਜੀ ਗਈ ਹੈ। ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਬਿਨਾਂ ਪਾਤਰ ਬੋਲੇ ਹੀ ਬਹੁਤ ਸਾਰੇ ਕਾਰਜ ਕਰਦੇ ਨੇ, ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਦਿਮਾਗੀ ਸਥਿਤੀ ਹੈ ਉਹ ਸਾਨੂੰ ਪ੍ਰਤੀਬਿੰਬਤ ਹੁੰਦੀ ਹੈ, ਪ੍ਰਗਟ ਹੁੰਦੀ ਹੈ। ਤੇ ਪਾਤਰਾਂ ਤੇ ਉਹਨਾਂ ਦੇ ਸੁਭਾਅ ਨੂੰ ਚਿੱਤਰਨ ਵਾਲੀ ਸਰਲ ਜਿਹੀ ਭਾਸ਼ਾ ਉਹ ਵਰਤੀ ਹੋਈ ਹੈ। ਨਾਲ ਹੀ ਅਜਿਹੀ ਵੀ ਭਾਸ਼ਾ ਵਰਤੀ ਹੈ ਜਿਹੜੀ ਪਾਤਰਾਂ ਦੇ ਮਾਨਸਿਕ ਸੰਕਟ ਨੂੰ ਸਪਸ਼ਟ ਕਰਦੀ ਹੈ। ਜੇ ਪਾਤਰ ਗੁੱਸੇ ਦੇ ਵਿੱਚ ਹੈ ਤਾਂ ਉਸਦੀ ਮਾਨਸਿਕ ਅਵਸਥਾ ਜਿਹੜੀ ਉਹ ਅਸੰਤੁਲਿਤ ਹੈ। ਰੌਚਕਤਾ ਭਰਪੂਰ ਹੈ ਭਾਸ਼ਾ ਇਸ ਦੀ। ਲੋਕ ਸੱਭਿਆਚਾਰਕ ਹਵਾਲਿਆਂ ਦੀ ਬੜੀ ਹੀ ਸੁਯੋਗ ਵਰਤੋਂ ਇਸ ਨਾਵਲ ਵਿੱਚ ਕੀਤੀ ਗਈ ਹੈ। ਇਸ ਦੀ ਸ਼ੈਲੀ ਬਿਆਨੀਆਂ ਤੇ ਵਾਰਤਾਲਾਪੀ ਹੈ। ਇਸ ਦੀ ਸ਼ੈਲੀ ਦੋ ਕਿਸਮ ਦੀ ਇਸ ਗੱਲ ਕਰਕੇ ਹੈ ਕਿ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਬਿਰਤਾਂਤਕਾਰ ਦੇ ਦੁਆਰਾ ਬਿਆਨ ਕੀਤੀਆਂ ਗਈਆਂ ਨੇ। ਨਾਲ ਹੀ ਕਿਤੇ ਕਿਤੇ ਵਾਰਤਾਲਾਪ ਪਾਤਰਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਤੋ ਸਿਰਲੇਖ, ਅੰਤ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਕਿਸੇ ਵੀ ਨਾਵਲ ਦੇ ਸਿਰਲੇਖ ਦੀ, ਤਾਂ ਬੜੀ ਅਹਿਮ ਹੈ। ਇਹੋ ਹਮਾਰਾ ਜੀਵਣਾ, ਇਹ ਸਿਰਲੇਖ ਬਾਬਾ ਫਰੀਦ ਦੇ ਸ਼ਲੋਕ ਵਿੱਚੋਂ ਲਿਆ ਗਿਆ। ਸੋ ਸਮਾਜ ਵਿੱਚ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਬਿਆਨ ਕਰਨ ਲਈ ਬਾਬਾ ਫਰੀਦ ਦੇ ਇਸ ਸ਼ਲੋਕ ਦੀ ਸਯੋਗ ਵਰਤੋਂ ਕੀਤੀ ਗਈ ਹੈ। ਨਾਵਲ ਦੇ ਉਦੇਸ਼ ਅਤੇ ਵਿਸ਼ੇ ਅਨੁਸਾਰ ਬੇਹੱਦ ਢੁਕਵਾਂ ਸਿਰਲੇਖ ਵਰਤਿਆ ਗਿਆ। ਵਰਤਮਾਨ ਜੀਵਨ ਵਿੱਚ ਵੀ ਉਨਾ ਹੀ ਸਾਰਥਕ ਸਾਨੂੰ ਨਜ਼ਰ ਆਉਂਦਾ ਹੈ, ਕਿਉਂਕਿ ਇਸਤਰੀ ਦੀ ਹਾਲਤ 21ਵੀਂ ਸਦੀ ਵਿੱਚ ਅੱਜ ਵੀ ਕਿਤੇ ਨਾ ਕਿਤੇ ਸੁਧਰਨ ਦੇ ਲਈ ਅਸੀਂ ਯਤਨਸ਼ੀਲ ਨਹੀਂ ਹੈਗੇ। ਇਸਤਰੀ ਦੀ ਸਮਾਜਿਕ ਦਸ਼ਾ ਨੂੰ ਸੁਧਾਰਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਠਾਈ ਆਵਾਜ਼ ਨੂੰ ਸੰਕੇਤਕ ਰੂਪ ਵਿੱਚ ਸਮਾਜ ਨੂੰ ਅਖੌਤੀ ਧਾਰਮਿਕਤਾ ਛੱਡ ਕੇ ਗੁਰੂ ਦੇ ਦਿੱਤੇ ਉਪਦੇਸ਼ ਉੱਤੇ ਅਮਲ ਕਰਨ ਨੂੰ ਚੇਤੇ ਕਰਾਉਣ ਵਾਲਾ ਸਿਰਲੇਖ ਨਾਵਲਕਾਰ ਨੇ ਸਿਰਜਿਆ। ਸੋ ਵਿਸ਼ਾ ਚੋਣ ਤੋਂ ਪੇਸ਼ਕਾਰੀ ਤੱਕ ਇਹ ਇੱਕ ਸਫਲ ਨਾਵਲ ਕਿਹਾ ਜਾ ਸਕਦਾ ਹੈ। ਕਲਾ ਪੱਖੋਂ ਬੇਹੱਦ ਨਿਪੁੰਨ ਨਾਵਲਕਾਰ ਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸ ਦੀ ਪੇਸ਼ਕਾਰੀ ਕੀਤੀ ਹੈ। ਤੋ ਅੱਜ
ਇਸ ਲੈਕਚਰ ਰਾਹੀਂ ਅਸੀਂ ਜਾਣਿਆ ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਨਾ ਦੇ ਕਲਾ ਪੱਖ ਜਾਂ ਸਾਹਿਤਕ ਪੜਚੋਲ ਨੂੰ। ਮੈਨੂੰ ਆਸ ਹੈ ਕਿ ਵਿਦਿਆਰਥੀਆਂ ਦੀਆਂ ਇਮਤਿਹਾਨੀ ਲੋੜਾਂ ਦੇ ਲਈ ਉਹਨਾਂ ਨੂੰ ਇਸ ਲੈਕਚਰ ਵਿੱਚੋਂ ਬੇਹੱਦ ਉਸਾਰੂ, ਬੇਹੱਦ ਸਾਰਥਕ ਸਮੱਗਰੀ ਉਪਲਬਧ ਹੋਵੇਗੀ। ਧੰਨਵਾਦ।